ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਉੱਚਾ ਅਗਮ ਅਪਾਰ ਪ੍ਰਭ ਕਥਨੁ ਨਾ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ। ਜਿਉ ਬੁਲਾਵੈ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਮਹਾਨ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ਿਆ ਨਿਤਨੇਮ ਦੀਆਂ ਅਮੋਲਕ ਦਾਤਾਂ ਸੰਗਤਾਂ ਦੇ ਦਰਸ਼ਨ ਮੇਲੇ ਅਗਾਧ ਬੋਧ ਗੁਰਬਾਣੀ ਦੀ ਵਿਚਾਰ ਕਰਨ ਸੁਣਨ ਦਾ ਸਮਾਂ ਬਖਸ਼ਿਆ ਹੈ। ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਚ ਆਪ ਜੀ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਸਰਵਣ ਕਰਨ ਵਾਸਤੇ ਪਹੁੰਚੇ ਹੋ, ਸਭ ਧੰਨਤਾ ਦੇ ਯੋਗ ਹੋ ਜੀ। ਵੱਡਿਆਂ ਕਰਮਾਂ ਵਾਲੇ ਹੋ ਜੋ ਆਪਣੇ ਸਵਾਸਾਂ ਨੂੰ ਮਨੁੱਖਾ ਜਨਮ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ। ਸੋ ਆਓ ਸਾਧ ਸੰਗਤ, ਸਤਿਗੁਰਾਂ ਦੇ ਬਖਸ਼ੇ ਉਦਮ ਦਾ ਸਦਕਾ ਲੜੀਵਾਰ ਕਥਾ ਵਿਚਾਰ ਆਰੰਭ ਕਰੀਏ। ਸਤਿਗੁਰਾਂ ਦੇ ਅਮੋਲਕ ਬਚਨਾਂ ਨੂੰ ਮਨੋਂ ਵਿਚਾਰੀਏ, ਹਿਰਦੇ ਵਸਾਉਣ ਦਾ ਯਤਨ ਕਰੀਏ। ਭਾਈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ। ਸਤਸੰਗੀਆਂ ਨੇ ਜਦੋਂ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸੰਸਾਰੀ ਧਨ ਜਿਹੜਾ ਹੈ ਨਾਸ਼ਵਾਨ ਹੈ, ਫਿਰ ਕਿਹੜਾ ਧਨ ਇਕੱਠਾ ਕਰੀਏ ਜੋ ਨਾਸ ਨਾ ਹੋਵੇ। ਤੁਸੀਂ ਗਿਆਨ ਬਖਸ਼ਿਆ ਕਿ ਆਹ ਦੇਵੀ ਦੇਵਤੇ ਜਿਹੜੇ ਆ ਇਹ ਵੀ ਨਾਸ਼ਵਾਨ ਨੇ।
ਫਿਰ ਪੂਜਾ ਕਿਹਦੀ ਕਰੀਏ। ਤੇ ਸੰਸਾਰ ਵਿੱਚ ਤਿਆਗਣ ਯੋਗ ਭੈੜੀ ਵਸਤੂ ਕਿਹੜੀ ਆ। ਫਿਰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਸੰਚ ਹਰ ਧਨ ਪੂਜ ਸਤਿਗੁਰ ਸੋੜ ਸਗਲ ਵਿਕਾਰ। ਸੰਸਾਰੀ ਧਨ ਨਾਸ਼ਵੰਤ ਹੈ, ਖਤਮ ਹੋ ਜਾਣਾ। ਦੇਵੀ ਦੇਵਤੇ ਉਹ ਵੀ ਕਾਲ ਦੇ ਚੱਕਰ 'ਚ ਨੇ, ਉਹਨਾਂ ਦੀ ਵੀ ਉਮਰ ਹੈ। ਪੂਜਾ ਕਿਹਦੀ ਕਰੀਏ। ਤਿਆਗੀਏ ਕੀ ਜਿਹਦੇ ਨਾਲ ਸਾਡਾ ਦੁਨੀਆ 'ਚ ਆਉਣਾ ਲੇਖੇ ਲੱਗ ਜਾਏ। ਸਤਿਗੁਰੂ ਕਹਿੰਦੇ ਆ, ਗੁਰਸਿੱਖੋ, ਜੋ ਦੁਨੀਆ ਦਾ ਧਨ ਹੈ ਨਾਸ਼ਵੰਤ ਹੈ, ਪਰ ਸੰਚ ਹਰ ਨਾਮ ਧਨ। ਤੁਸੀਂ ਧਨ ਇਕੱਠਾ ਕਰਨਾ ਹੈ ਤਾਂ ਪਰਮੇਸ਼ਰ ਦੇ ਨਾਮ ਦਾ ਭਾਵ ਨਾਮ ਰੂਪੀ ਖਜ਼ਾਨਾ ਜਿਹੜਾ ਬੰਦਗੀ, ਉਹ ਇਕੱਠੀ ਕਰੋ। ਪੂਜ ਸਤਿਗੁਰ। ਜੇ ਪੂਜਾ ਕਰਨੀ ਹੈ ਤਾਂ ਸੱਚੇ ਸਤਿਗੁਰੂ ਨੂੰ ਪੂਜਣਾ ਕਰੋ। ਤੇ ਸੋੜ ਸਗਲ ਵਿਕਾਰ। ਸਾਰੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ, ਇਹਨਾਂ ਨੂੰ ਛੱਡਣਾ ਕਰ। ਐਸਾ ਦਾਰੂ ਖਾਏ ਗਵਾਰ, ਜਿਤ ਖਾਧੈ ਤੇਰੇ ਜਾਹੇ ਵਿਕਾਰ। ਭਾਵ ਗੁਰੂ ਦੇ ਸ਼ਬਦ ਦਾ ਗਿਆਨ ਜਿਹੜਾ ਵਾ, ਭੋਜਨ ਨਾਮ ਬਾਣੀ, ਉਹ ਦਵਾਈ ਭੋਜਨ ਸ਼ਬਦ ਦਾ ਛਕੀਏ। ਤੇ ਜਿਹਦੇ ਖਾਣ ਨਾਲ ਪ੍ਰੇਮੀਓ ਜਿਤ ਖਾਧੈ ਤੇਰੇ ਜਾਹੇ ਵਿਕਾਰ। ਕਹਿੰਦੇ ਬੰਦਿਆ, ਆ ਨਾਮ ਬਾਣੀ ਦਾ ਭੋਜਨ ਛਕਣ ਦੇ ਨਾਲ ਤੇਰੇ ਵਿਕਾਰ ਚਲੇ ਜਾਣਗੇ, ਤਿਆਗੇ ਨਾ। ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ। ਜਿਸ ਵਾਹਿਗੁਰੂ ਨੇ ਤੇਰੇ ਸੂਖਮ ਸਰੀਰ, ਅਸਥੂਲ ਸਰੀਰ ਨੂੰ ਸਾਜ ਕੇ ਸੋਹਣਾ ਕੀਤਾ ਹੈ, ਭਾਵ ਸਰੀਰ ਦੇ ਅੰਗ ਪ੍ਰਤੰਗ ਰਚ ਕੇ ਉਹਨਾਂ ਨੂੰ ਸੋਹਣਾ ਬਣਾਇਆ ਹੈ। ਜੇ ਨੱਕ ਦੀ ਕਰੂੰਬਲ ਨਾ ਹੁੰਦੀ ਤਾਂ ਕਿੰਨਾ ਭੈੜਾ ਲੱਗਣਾ ਸੀ। ਕਈਆਂ ਦਾ ਹੁੰਦਾ ਏਦਾਂ ਭੱਦਾ ਚਿਹਰਾ, ਕਿੰਨਾ ਭੈੜਾ ਲੱਗਦਾ ਬੰਦਾ। ਪਰਮਾਤਮਾ ਨੇ, ਪਰਮੇਸ਼ਰ ਨੇ ਪ੍ਰੇਮੀਓ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਮ ਦ੍ਰਿਸ਼ਟਾਨੀ। ਕਹਿੰਦੇ ਭਾਈ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨਹਿ ਉਵਾਰਿਆ। ਉਹਨੇ ਸਾਜਿਆ, ਸਵਾਰਿਆ, ਸ਼ਿੰਗਾਰਿਆ ਵੀ ਹੈ। ਸੋਹਣੇ ਨੈਣ ਨਕਸ਼ ਦਿੱਤੇ ਆ। ਲੰਮਾ ਨੱਕ ਕਾਲੇ ਤੇਰੇ ਨੈਣ, ਕਵੂ ਸਾਹਿਬ ਦੇਖਿਆ ਭੈਣ। ਸੋਹਣੇ ਨੇਤਰ, ਅੱਖਾਂ, ਲੰਮਾ ਨੱਕ, ਸੋਹਣਾ ਚਿਹਰਾ ਬਖਸ਼ਿਸ਼ ਕੀਤਾ ਮਾਲਕ ਨੇ। ਅਜੇ ਨੱਕ ਦੀ ਕਰੂੰਬਲ ਨਾ ਹੁੰਦੀ ਕਿੰਨਾ ਭੈੜਾ ਲੱਗਣਾ ਸੀ। ਅੱਖਾਂ ਦੀਆਂ ਪਲਕਾਂ ਨਾ ਹੁੰਦੀਆਂ ਤਾਂ ਭਿਆਨਕ ਰੂਪ ਨਜ਼ਰ ਹੀ ਆਉਣਾ ਸੀ ਬੰਦੇ ਦਾ। ਅੱਖਾਂ ਦੀਆਂ ਪਲਕਾਂ, ਕੰਨਾਂ ਦੇ ਛੇਜੇ ਨਾ ਹੁੰਦੇ, ਕਰੂਪ ਦਿਖਣਾ ਸੀ। ਕੇਵਲ ਜੇ ਸਰਾਕ ਹੁੰਦੇ, ਕੰਨ ਦੀ ਗਲੀ ਜਿਹੜੀ ਹੈ, ਸਰਾਕ ਜਿਹੜਾ ਹੈ, ਜਿੱਥੋਂ ਦੇ ਅਸੀਂ ਸੁਣਨੇ ਆ। ਮਾਲਕ ਨੇ ਛੇਜੇ ਲਾਏ ਨੇ ਕੰਨ, ਇਹਦਾ ਕੀ ਕੰਮ ਹੈ? ਇਹਨੇ ਤਾਂ ਸੁਣਨਾ ਨਹੀਂ ਜਿਹੜਾ ਬਾਲ ਸੇਜਾ ਲਾਇਆ ਕੰਨਾਂ ਦਾ ਮਾਲਕ ਨੇ। ਸ਼ਿੰਗਾਰਿਆ ਜੀ, ਉਹਨੇ ਸ਼ਿੰਗਾਰ ਕੀਤਾ। ਤੇ ਕੰਨ ਬੁੱਲ ਆਦ ਨਾ ਦਿੰਦਾ,
ਤਾਂ ਬੰਦਾ ਬਦਸੂਰਤ ਨਜ਼ਰ ਆਉਂਦਾ। ਤੇ ਪਰਮੇਸ਼ਰ ਨੇ ਕਿਰਪਾ ਕਰਕੇ ਤੈਨੂੰ ਆਪਣਾ ਸੁੰਦਰ ਸਰੂਪ ਬਖਸ਼ਿਆ ਤੇ ਸਾਜ ਕੇ ਸ਼ਿੰਗਾਰਿਆ। ਉਸ ਪਰਮਾਤਮਾ ਦਾ ਸਿਮਰਨ ਕਰ, ਉਹਦੇ ਸਿਮਰਨ ਕਰਕੇ ਤੇਰਾ ਉਧਾਰ ਹੋ ਜਾਣਾ। ਭਾਵ ਤੂੰ ਜੰਮਣ ਮਰਨ ਦੇ ਚੱਕਰ ਚੋਂ ਮੁਕਤ ਹੋ ਜਾਏਗਾ। ਜਪ ਮਨ ਨਾਮ ਏਕ ਅਪਾਰ, ਐ ਮਨਾ ਇੱਕ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਕਰ। ਜੋ ਅਪਾਰ ਕਹੀਏ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਪਰੇ ਆ। ਪ੍ਰਾਨ ਮਨ ਤਨ ਜਿਨ੍ਹਾਂ ਦੀਆ ਹਿਰਦੇ ਕਾ ਆਧਾਰ। ਜਿਸ ਵਾਹਿਗੁਰੂ ਨੇ ਤੈਨੂੰ ਜਿਉਣ ਲਈ ਪ੍ਰਾਣ, ਸੰਕਲਪ, ਵਿਕਲਪ ਰੂਪ ਸ਼ਕਤੀ, ਮਨ ਅਤੇ ਸੇਵਾ ਵਾਸਤੇ ਸੁੰਦਰ ਸਰੀਰ ਦੀ ਬਖਸ਼ਿਸ਼ ਕੀਤੀ ਹੈ, ਸਰੀਰ ਦੇਣਾ ਕੀਤਾ ਹੈ, ਹਿਰਦੇ ਕਾ ਆਧਾਰ। ਉਸ ਪਰਮਾਤਮਾ ਨੂੰ ਹਿਰਦੇ ਦਾ ਆਸਰਾ ਬਣਾਉਣਾ ਕਰ। ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ। ਕਹਿੰਦੇ ਜੋ ਵੀ ਕਾਮ ਕ੍ਰੋਧ ਹੰਕਾਰ ਆ ਜਿਹੜੇ ਵਿਕਾਰ ਨੇ ਆ ਪੰਜੇ, ਇਹਦੇ ਨਸ਼ੇ ਦੇ ਵਿੱਚ ਮਾਤੇ ਕਹੀਏ ਮਸਤਿਆ ਹੋਇਆ ਹੈ। ਤੇ ਇਹਨਾਂ ਨੇ ਸ਼ੀਘਰ ਹੀ ਉਹਦਾ ਨਾਸ ਕਰ ਦਿੱਤਾ ਹੈ। ਰਾਵਣ, ਕੌਰੂ ਬਾਦਸ਼ਾਹ, ਹਰਨਾਕਸ਼ ਆਦਿ ਦੇ ਪ੍ਰਮਾਣ ਪ੍ਰਤੱਖ ਨੇ। ਪਰ ਫਿਰ ਵੀ ਸੰਸਾਰ ਇਹਨਾਂ ਦੇ ਵਿੱਚ ਲੱਗਿਆ ਹੋਇਆ, ਜਿਸ ਕਰਕੇ ਫਿਰ ਵੀ ਜੀਵਾਂ ਨੂੰ ਸੰਸਾਰ ਕਹੀਏ ਜਗਤ ਵਿੱਚ ਜੰਮਣਾ ਮਰਨਾ ਵਿਆਪਦਾ। ਨਾਲੇ ਪਤਾ ਹੈ ਕਿ ਆ ਜਿਹੜੇ ਪੰਜ ਚਿੰਬੜੇ ਆ ਨਾ, ਇਹਨਾਂ ਵਿੱਚ ਫਸ ਕਰਕੇ ਵੱਡੇ ਵੱਡੇ ਰਾਵਣ ਵਰਗੇ, ਕੌਰਵਾਂ ਵਰਗੇ, ਹਰਨਾਕਸ਼ ਵਰਗੇ ਆਪਣੇ ਹੰਕਾਰ ਕਰਕੇ ਨਾਸ ਹੋ ਗਏ। ਪ੍ਰਮਾਣ ਨੇ ਸਾਹਮਣੇ, ਫਿਰ ਵੀ ਬੰਦਾ ਹਟਦਾ ਨਹੀਂ ਮਾਣ ਹੰਕਾਰ ਕਰਨੋਂ। ਜੀਵਾਂ ਨੂੰ ਸੰਸਾਰ ਵਿੱਚ ਜੰਮਣਾ ਮਰਨਾ ਵਿਆਪ ਰਿਹਾ, ਜਿਹਦੇ ਕਰਕੇ ਸੰਸਾਰ ਵਿੱਚ ਆਉਣਾ ਜਾਣਾ ਖਤਮ ਨਹੀਂ ਹੋ ਰਿਹਾ ਜੀ, ਬੰਦੇ ਦਾ ਲੱਗਿਆ ਹੋਇਆ। ਤੇ ਗੁਰਮੁਖ ਪਿਆਰੋ, ਫਿਰ ਸਿੱਖਾਂ ਨੇ ਅੱਗੇ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਜੀ ਅਸੀਂ ਕੀ ਕਰੀਏ, ਅਸੀਂ ਕੀ ਕਰੀਏ। ਫਿਰ ਸਤਿਗੁਰੂ ਆਖਣ ਲੱਗੇ, ਭਾਈ ਪਉ ਸੰਤ ਸਰਣੀ ਲਾਗ ਚਰਣੀ, ਮਿਟੈ ਦੁਖ ਅੰਧਾਰ। ਜਿਨ੍ਹਾਂ ਨੂੰ ਸਾਸ ਗਰਾਸ ਨਾਮ ਨਹੀਂ ਵਿਸਰਦਾ, ਉਹਨਾਂ ਸੰਤ ਜਨਾਂ ਦੇ ਭਾਵ ਗੁਰੂ ਰੂਪ ਸੰਤਾਂ ਦੀ ਸ਼ਰਨ ਚ ਪੈਣਾ ਕਰ ਤੇ ਆਪਣੀ ਹਉਮੈ ਛੱਡ ਕੇ ਉਹਨਾਂ ਦੇ ਚਰਨਾਂ ਚ ਲੱਗਣਾ ਕਰ। ਤਾਂ ਤੁਹਾਡਾ ਆ ਜੰਮਣ ਮਰਨ ਦਾ ਦੁੱਖ ਜਿਹੜਾ ਵਾ, ਅਗਿਆਨਤਾ ਦਾ ਹਨੇਰਾ ਜਿਹੜਾ ਹੈ, ਮਿਟ ਜਾਣਾ, ਨਾਸ ਹੋ ਜਾਣਾ। ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ। ਸਤ ਕਹੀਏ ਸਤ ਪ੍ਰਤੱਗੀ ਹੋਣਾ, ਸੰਤੋਖ ਸਬਰ ਰੱਖਣਾ, ਦਇਆ ਕਹੀਏ ਰਹਿਮ ਕਰਨਾ, ਤਰਸ ਆਉਣਾ। ਇਹ ਆਦਿ ਗੁਣਾਂ ਨੂੰ ਕਮਾਉਣਾ ਕਰੇ। ਇਹੋ ਹੀ ਸ੍ਰੇਸ਼ਟ ਕਰਨੀ ਹੈ ਕਮਾਈ ਹੈ, ਸਭ ਤੋਂ ਉੱਤਮ ਕਮਾਈ। ਸੰਤੋਖੀ ਹੋਵੇ ਬੰਦਾ, ਸੱਚ ਦਾ ਧਾਰਨੀ ਹੋਵੇ, ਦੂਜਿਆਂ ਤੇ ਤਰਸ ਆਵੇ, ਇਹ ਸ਼ੁਭ ਗੁਣ ਹੈ। ਸਤੀ ਦਾ ਦਰਜਾ ਸਭ ਤੋਂ ਉੱਚਾ ਹੈ। ਪਰ ਗੁਰੂ ਸਾਹਿਬ ਜੀ ਚਿਖਾ ਵਿੱਚ ਸੜਨ ਵਾਲੀ ਨੂੰ ਸਤੀ ਨਹੀਂ ਮੰਨਦੇ।
ਕਿ ਪਤੀ ਮਰ ਜਾਣਾ, ਨਾਲੇ ਸੜ ਜਾਣਾ ਚਿਖਾ ਦੇ ਵਿੱਚ ਜਿਉਂਦਾ। ਪਿਛਲੇ ਸਮਿਆਂ ਦੇ ਵਿੱਚ ਸੀ ਸਤੀ ਪ੍ਰਥਾ, ਘਰ ਵਾਲਾ ਮਰ ਜਾਂਦਾ ਨਾ, ਪਤਨੀ ਨੂੰ ਨਾਲੇ ਸੜਨਾ ਪੈਂਦਾ ਸੀ। ਪਿਛਲੇ ਜਿਹੜੇ ਹੁੰਦੇ ਸੀ ਨਾਲ ਧੱਕੇ ਨਾਲ ਸਾੜਦੇ ਸੀ, ਉਹ ਸਤੀ ਪ੍ਰਥਾ। ਤੇ ਸਤਿਗੁਰੂ ਉਹ ਚੀਜ਼ ਨੂੰ ਨਹੀਂ ਮੰਨਦੇ ਜੀ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਤੀ ਉਹ ਹੈ ਜਿਸ ਦੇ ਪੱਲੇ ਸੱਤ ਹੈ। ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੈ ਵਿਚਾਰ। ਜਿਹਦੇ ਪੱਲੇ ਸੱਚ ਨਹੀਂ, ਸਤ ਨਹੀਂ, ਉਹ ਕਿਵੇਂ ਸਤੀ ਹੋ ਸਕਦੀ ਆ? ਸੱਤ ਰੱਖੇ ਤੋਂ ਬਗੈਰ ਇਸਤਰੀ ਸਤੀ ਕਿਵੇਂ ਹੋ ਸਕਦੀ ਆ? ਪਤੀ ਬ੍ਰਤਾ ਧਰਮ ਨਿਭਾਉਣ ਵਾਲੀ ਨੂੰ ਹੀ ਸਤੀ ਦਾ ਦਰਜਾ ਪ੍ਰਾਪਤ ਹੁੰਦਾ ਹੈ। ਪਤੀ ਬ੍ਰਤਾ ਧਰਮ ਜਿਹੜਾ ਹੈ ਨਿਭਾਉਣਾ ਕਰੇ ਕੋਈ, ਉਹ ਸਤੀ ਹੈ। ਅਣਸੂਆ ਪਤੀ ਬ੍ਰਤਾ ਧਰਮ ਵਿੱਚ ਪਰਪੱਕ ਸੱਤ ਵਾਲੀ ਇੱਕ ਇਸਤਰੀ ਸੀਗੀ, ਅਣਸੂਆ। ਦਕਸ਼ ਪ੍ਰਜਾਪਤੀ ਕੰਨਿਆ ਤੇ ਅਤਰੇ ਰਿਸ਼ੀ ਦੇ ਘਰ ਵਾਲੀ ਸਾਖੀ ਹੈ। ਦੱਤਾ ਤ੍ਰਿਓ ਦਰਵਾਸ਼ਾ ਤੇ ਸੋਮ ਦੀ ਮਾਤਾ, ਇਹ ਆਪਣੇ ਪਤੀ ਨਾਲ ਚਿਤਰਕੂਟ ਪਹਾੜ ਤੇ ਦੱਖਣ ਵਿੱਚ ਰਹਿੰਦੀ ਸੀ। ਇਹਦੇ ਸੱਤ ਨੂੰ ਤੋੜਨ ਵਾਸਤੇ ਲక్ష్ਮੀ, ਪਾਰਵਤੀ ਤੇ ਬ੍ਰਹਮਾ ਦੀ ਘਰਵਾਲੀ ਵਿਦਿਆ ਨੇ ਬੜੇ ਯਤਨ ਕੀਤੇ। ਆਪਣੇ ਪਤੀਆਂ ਨੂੰ ਪ੍ਰੇਰਿਆ ਕਿ ਅਣਸੂਆਂ ਦਾ ਸੱਤ ਤੋੜੋ, ਕਿਉਂਕਿ ਤਿੰਨੇ ਲੋਕਾਂ ਵਿੱਚ ਸੱਤ ਕਰਕੇ ਇਹਦੀ ਸਾਡੇ ਨਾਲੋਂ ਕਿਤੇ ਜ਼ਿਆਦਾ ਵਡਿਆਈ ਹੈ। ਭਾਵ ਕਪਟਸ਼ਲ ਜਿਹੜਾ ਹੈ, ਇਹ ਜੁਗਾਂ ਤੋਂ ਚੱਲਿਆ ਆ ਰਿਹਾ ਜੀ, ਕਿ ਮੇਰੇ ਨਾਲੋਂ ਵੱਧ ਉਹਦੀ ਚੜ੍ਹਾਈ ਨਾ ਹੋਵੇ, ਵਡਿਆਈ ਨਾ ਹੋਵੇ। ਇਹ ਚੀਜ਼ ਦੇਵੀ ਦੇਵਤਿਆਂ 'ਚ ਵੀ ਰਹੀ। ਉਹ ਸੋਚਦੀਆਂ ਸਨ ਕਿ ਅਣਸੂਆਂ ਦੀ ਸਾਡੇ ਨਾਲੋਂ ਜ਼ਿਆਦਾ ਵਡਿਆਈ ਹੋ ਰਹੀ ਆ। ਇਸ ਕਰਕੇ ਆਪਣੇ ਪਤੀਆਂ ਨੂੰ ਕਿਹਾ ਕਿ ਤੁਸੀਂ ਉਹਦਾ ਸੱਤ ਤੋੜੋ, ਅਸੀਂ ਇਹ ਸਹਿਣ ਨਹੀਂ ਕਰ ਸਕਦੇ। ਇੱਕ ਇਸਤਰੀ ਅੱਜ ਵੀ ਆਹੀ ਆ, ਇੱਕ ਇਸਤਰੀ ਦੂਜੀ ਇਸਤਰੀ ਦੀ ਵਡਿਆਈ ਸਿਫਤ ਨਹੀਂ ਜਰ ਸਕਦੀ। ਘਰ ਵਾਲੀਆਂ ਦੇ ਆਖੇ ਲੱਗ ਕੇ ਵਿਸ਼ਨੂੰ, ਸ਼ਿਵ ਜੀ, ਬ੍ਰਹਮਾ ਤਿੰਨੇ ਜਣੇ ਦੱਤਾ ਤ੍ਰਿਆ ਦੀ ਮਾਂ ਅਣਸੂਆਂ ਨੂੰ ਮੋਹਿਤ ਕਰਨ ਲਈ ਚੱਲ ਪਏ। ਇਹਨਾਂ ਨੇ ਦੇਖ ਕੇ ਅਣਸੂਆਂ ਕਹਿਣ ਲੱਗੀ, ਜੇ ਮੈਂ ਪਤੀ ਵਰਤਾ ਹਾਂ ਤਾਂ ਤੁਸੀਂ ਬਾਲਕ ਬਣ ਜਾਓ। ਇਹ ਤਿੰਨੇ ਬਾਲਕ ਬਣ ਗਏ। ਫਿਰ ਤਿੰਨੇ ਰੋਂਦੀਆਂ ਫਿਰਨ। ਉਹਨੇ ਕਹਿ ਦਿੱਤਾ, ਜੇ ਕਿ ਮੈਂ ਸਤੀ ਭਾਵ ਪਤੀ ਵਰਤਾ ਹਾਂ, ਮੇਰਾ ਧਰਮ ਪੱਕਾ ਹੈ, ਪਤੀ ਵਰਤਾ ਧਰਮ ਜਿਹੜਾ ਪੱਕਾ ਹੈ, ਆ ਦੇਵਤੇ ਬਾਲਕ ਬਣ ਜਾਣ। ਉਹ ਪੱਕੀ ਸੀ ਜੀ ਆਪਣੇ ਸੱਤ ਦੇ ਵਿੱਚ, ਤੇ ਉਹ ਬਾਲਕ ਬਣ ਗਏ। ਫਿਰ ਉਹ ਜਿਹੜੀਆਂ ਤਿੰਨੇ ਦੇਵੀਆਂ ਸੀ ਰੋਂਦੀਆਂ ਫਿਰਨ ਇਹ ਵੇਖ ਕੇ। ਤੇ ਗੁਰਮੁਖ ਪਿਆਰਿਓ, ਫਿਰ ਉਹ ਆ ਕੇ ਅਣਸੂਆਂ ਦੀਆਂ ਮਿੰਨਤਾਂ ਲੱਗੀਆਂ ਕਰਨ ਕਿ ਸਾਡੇ ਪਤੀਆਂ ਨੂੰ ਪਹਿਲਾਂ ਵਰਗਾ ਬਣਾ ਦੇ। ਅਣਸੂਆਂ ਨੇ ਦਇਆ ਕਰਕੇ ਫਿਰ ਉਹਨਾਂ ਦਾ ਸਰੀਰ ਪਹਿਲਾਂ ਵਰਗਾ ਬਣਾ ਦਿੱਤਾ। ਭਾਵ ਜਿਹੜਾ ਆਪਣੇ ਧਰਮ 'ਚ ਇੱਕ ਸਮਝਣ ਦਾ ਨੁਕਤਾ ਹੈ, ਪੱਕਾ ਨਾ ਜੀ, ਆਪਣੇ ਜਤ ਸੱਤ ਦੇ ਵਿੱਚ ਉਹਨੂੰ ਕੋਈ ਡੋਬਣ ਵਾਲਾ ਨਹੀਂ ਜੰਮਿਆ। ਜਿਹਦੇ ਵਿੱਚ ਕਮੀਆਂ ਨੇ ਉਹਨੂੰ ਕੋਈ ਉਤਾਰਨ ਵਾਲਾ ਨਹੀਂ ਜੰਮਿਆ। ਤੁਹਾਡਾ ਜੀਵਨ ਰਾਹ ਸਹੀ ਆ ਨਾ, ਸਹੀ ਆ, ਮਾਲਕ ਸਾਨੂੰ ਡਿੱਗਣ ਨਹੀਂ ਦਿੰਦਾ। ਲੋਕ ਬੜਾ ਜ਼ੋਰ ਲਾਉਂਦੇ ਆ, ਅੰਦਰ ਸਹੀ ਆ ਨਾ, ਰਾਹ ਸਹੀ ਹੈ ਤਾਂ ਪ੍ਰਮਾਤਮਾ ਗੁਰੂ ਮੰਜ਼ਿਲ ਤੇ ਲੈ ਜਾਂਦਾ ਹੈ। ਫਿਰ ਉਹਨਾਂ ਨੇ ਬੇਨਤੀਆਂ ਕੀਤੀਆਂ, ਮਿੰਨਤਾਂ ਕੀਤੀਆਂ ਅਣਸੂਆਂ ਨੂੰ ਆ ਕੇ, ਸਾਥੋਂ ਗਲਤੀ ਹੋਈ, ਸਾਡੇ ਪਤੀਆਂ ਨੂੰ ਪਹਿਲਾਂ ਵਰਗਾ ਬਣਾ ਦੇ। ਤੇ ਗੁਰਮੁਖ ਪਿਆਰਿਓ, ਫਿਰ ਜਿਹੜੇ ਸਿਮਰਨ ਵਾਲੇ ਹੁੰਦੇ ਆ ਨਾ, ਸਿਮਰਨ ਵਾਲੇ ਜਿਨ੍ਹਾਂ ਨੇ ਜੀਵਨ ਬਣਾਇਆ ਹੁੰਦਾ, ਕਮਾਇਆ ਹੁੰਦਾ ਧਨ ਉਹਦਾ, ਨਾਮ ਦਾ,
ਉਹ ਕਿਸੇ ਦੇ ਪ੍ਰਤੀ ਵੀ ਅੰਦਰ ਆਪਣੇ ਦਵੈਸ਼ਹੀਣਤਾ, ਗੁੱਸਾ, ਹੰਕਾਰ ਨਹੀਂ ਰੱਖਦੇ। ਉਹਨੇ ਦਇਆ ਕਰਕੇ ਗੁਰਮੁਖੋ ਉਹਨਾਂ ਦੇਵਤਿਆਂ ਦਾ ਸਰੀਰ ਜਿਹੜਾ ਸੀ ਪਹਿਲਾਂ ਵਰਗਾ ਬਣਾ ਦਿੱਤਾ। ਪਰ ਲక్ష్ਮੀ ਤੇ ਪਾਰਵਤੀ ਦੀ ਈਰਖਾ ਫਿਰ ਵੀ ਨਾ ਮਿਟੀ। ਉਹ ਫਿਰ ਵੀ ਈਰਖਾ ਕਰਨਾ ਉਹਨਾਂ ਨੇ ਨਾ ਛੱਡਿਆ। ਤੇ ਇਹ ਤਿੰਨੇ ਫਿਰ ਅਣਸੂਆਂ ਨੂੰ ਮੋਹਿਤ ਕਰਨ ਦਾ ਯਤਨ ਕਰਨ ਲੱਗੀਆਂ ਅਤੇ ਦੁਬਾਰਾ ਫਿਰ ਆਪਣੇ ਪਤੀਆਂ ਨੂੰ ਸੱਤ ਤੋੜਨ ਲਈ ਭੇਜਿਆ। ਅਣਸੂਆਂ ਕ੍ਰੋਧਵਾਨ ਹੋ ਕੇ ਸ਼ਰਾਪ ਦੇਣ ਲੱਗੀ ਤਾਂ ਵਿਸ਼ਨੂੰ ਡਰਦਾ ਬਰੋਟਾ ਬਣ ਗਿਆ। ਸ਼ਿਵਜੀ, ਨਿੰਮ ਤੇ ਬ੍ਰਹਮਾ ਨੇ ਪਿੱਪਲ ਦਾ ਰੂਪ ਧਾਰਨ ਕਰ ਲਿਆ।